Welcome to physics class, Government Girls Senior Secondary School, Mandi Harjiram Malot. Today we will discuss about rolling friction. What is rolling friction? So see here, rolling friction is applicable for bodies whose point of contact keeps on changing. ठीक है, clear होया? Points of contact ਜਿਹੜਾ ਇਹਦੇ 'ਚ ਉਹ ਚੇਂਜ ਹੁੰਦਾ ਰਹਿੰਦਾ ਲਗਾਤਾਰ। ਜਿਵੇਂ ਆਪਾਂ ਕਿਸੇ ਬੋਡੀ ਨੂੰ ਦੂਸਰੀ ਬੋਡੀ ਉੱਪਰ ਸਲਾਈਡ ਕਰਦੇ ਸੀ ਤਾਂ ਇਨ ਦੈਟ ਕੇਸ ਉਹ ਸਿਨੈਰੀਓ ਇਦਾਂ ਦਾ ਹੁੰਦਾ ਸੀ ਕਿ ਯੂ ਆਰ ਹੈਵਿੰਗ ਦਿਸ ਏ ਟੇਬਲ, ਠੀਕ ਹੈ, ਦੈਨ ਯੂ ਆਰ ਹੈਵਿੰਗ ਏ ਬਾਕਸ ਔਨ ਇਟ, ਠੀਕ ਹੈ, ਔਰ ਆਪਾਂ ਇਹਦੇ ਤੇ ਫੋਰਸ ਲਗਾ ਰਹੇ ਹਾਂ from left to right. Suppose we are applying force, and on applying the force the body will start moving from left to right, and a frictional force will start from right to left. एक frictional force लगनी शुरू हो जाएगी right तो left side वाल। in this case ਜਿਹੜਾ point of contact ਸੀਗਾ ਇੱਥੇ ਇਸ ਜਗ੍ਹਾ ਤੇ ਜਿਹੜਾ ਮੈਂ ਤੁਹਾਨੂੰ ਹੁਣ ਬਣਾ ਰਿਹਾ, ਇਹ points of contact ਉਹੀ same points of contact ਰਹਿੰਦੇ ਪਏ ਸੀ ਹਮੇਸ਼ਾ। but rolling friction ਚ ਕੀ concept ਹੈ ਕਿ in the rolling friction we are having कि you are having a ball, ठीक है, that is rotating, okay, then in that case the point of contact will keeps on changing, ठीक है। second point is it is the force that opposes the motion of body which is rolling over the surface of another। ਇਹ ਵਾਲੀ force ਹੈ ਜਿਹੜੀ oppose ਕਰਦੀ ਹੈ body ਦੀ motion ਨੂੰ। frictional force ਹਮੇਸ਼ਾ oppose ਕਰੇਗੀ body ਦੀ motion ਨੂੰ, ਪਰ ਇਹ ਵਾਲੀ ਹੈ ਜਦੋਂ body roll ਕਰ ਰਹੀ ਹੈ ਕਿਸੇ ਦੂਸਰੇ surface ਦੇ ਉੱਪਰ, ਠੀਕ ਹੈ। rolling ਦਾ ਮਤਲਬ ਸਮਝ ਗਏ ਨਾ, ਜਿਵੇਂ ਇੱਕ ਬੋਲ ਹੈ ਉਹ ਚੱਲ ਰਹੀ ਹੈ ਕਿਸੇ ਸਰਫੇਸ ਦੇ ਉੱਪਰ, ਫਲੋਰ ਦੇ ਉੱਪਰ ਰੁੜ ਰਹੀ ਹੈ, ਉਦੋਂ ਜਿਹੜੀ ਫ੍ਰਿਕਸ਼ਨਲ ਫੋਰਸ ਲੱਗੇਗੀ that is known as rolling friction, ਠੀਕ ਹੈ। bowling balls, rotating wheels are example of illustrating rolling friction। ਜਿਵੇਂ ਇੱਥੇ ਆਪਣੇ ਕੋਲ ਆ ਇੱਕ ਐਗਜ਼ਾਮਪਲ ਆਪਾਂ ਦਿਖਾ ਰਹੇ ਹਾਂ ਕਿ ਇੱਕ ਬੋਲ ਹੈ, ਉਹ ਫਰਸ਼ ਦੇ ਉੱਪਰ ਆਪਾਂ ਉਹਨੂੰ ਚਲਾ ਰਹੇ ਹਾਂ, ਤਾਂ in that case it will be rolling friction, ਠੀਕ ਹੈ। ਇਹ rolling friction ਹੋਏਗੀ। ਤਾਂ ਇਹਦੇ 'ਚ ਤੁਸੀਂ ਤੁਹਾਨੂੰ ਮੈਂ ਇੱਕ ਆ ਚੀਜ਼ ਦਿਖਾਣਾ ਕਿ rolling friction ਜਿਹੜੀ ਹੋਏਗੀ ਉਹਦੇ 'ਚ ਤੁਸੀਂ ਇੱਦਾਂ ਵੀ ਦੇਖ ਸਕਦੇ ਹੋ। ਦੇਖੋ ਜਿਹੜਾ rolling friction ਦਾ ਕਨਸੈਪਟ ਹੈ ਉਹ ਇਹ ਚੀਜ਼ ਵੀ ਹੋ ਸਕਦਾ ਹੈ, ਠੀਕ ਹੈ। ਇਹਦੇ 'ਚ ਇਹ rolling friction ਹੈ, ਇਹ ਜਿਹੜਾ ਟਾਇਰ ਹੈ ਇਹ ਰੋਟੇਟ ਕਰ ਰਿਹਾ ਹੈ ਸੜਕ ਦੇ ਉੱਪਰ, ਔਰ ਜਿਹੜਾ ਇੱਥੇ ਪੁਆਇੰਟ ਆਫ ਕੰਟੈਕਟ ਹੈ ਇਸ ਜਗ੍ਹਾ ਤੇ ਉਹ ਹਮੇਸ਼ਾ ਚੇਂਜ ਹੋ ਰਿਹਾ, ਠੀਕ ਹੈ। ਦਿਸ ਇਜ਼ rolling friction, ਓਕੇ। ਤਾਂ ਜਿਵੇਂ ਆ ਬॉल ਬੈਰਿੰਗ ਹੈ, ਬॉल ਬੈਰਿੰਗ ਤੁਸੀਂ ਦੇਖਿਆ ਹੋਏਗਾ ਇਹਦਾ ਇੰਟਰਨਲ ਹੈ ਇੱਕ ਐਕਸਟਰਨਲ ਹੈ, ਇਹਨਾਂ ਦੇ ਵਿਚਾਲੇ ਛੋਟੀਆਂ ਛੋਟੀਆਂ ਬੋਲਸ ਹੁੰਦੀਆਂ, ਠੀਕ ਹੈ। ਉੱਥੇ ਆਪਾਂ ਲੂਬਰੀਕੇਟ ਕਰਦੇ ਹਾਂ, ਗਰੀਸ ਆਪਾਂ ਲਗਾਈਏ ਜਿਵੇਂ ਲੂਬਰੀਕੇਟ ਕਰਦੇ ਹਾਂ, ਉਹਦੇ ਨਾਲ ਕੀ ਹੈ ਇਹ ਸਮੂਥਲੀ ਮੂਵ ਕਰਦਾ ਹੈ। ਐਵੇਂ ਆਪਣੇ ਕੋਲ 에ਅਰ ਫ੍ਰਿਕਸ਼ਨ ਵੀ ਹੋ ਸਕਦੀ ਹੈ, ਵੀ ਵਿਚਾਲੇ 에ਅਰ ਹੁੰਦੀ ਹੈ ਜਦੋਂ ਕੋਈ ਬੋਡੀ ਰੋਟੇਟ ਕਰ ਰਹੀ ਹੈ, ਠੀਕ ਹੈ। ਤਾਂ ਇਹ ਕਨਸੈਪਟ ਸੀ ਆਪਣਾ ਫ੍ਰਿਕਸ਼ਨ ਦਾ, ਓਕੇ। ਤਾਂ ਦਿਸ ਵਾਜ਼ ਯੂਅਰ ਫ੍ਰਿਕਸ਼ਨ। ਤਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਰੋਲਿੰਗ ਫ੍ਰਿਕਸ਼ਨ ਦੀ, ਜਿਹੜੀ ਆਪਾਂ ਗੱਲ ਕੀਤੀ ਹੈ ਇਹਦੇ 'ਚ ਆਪਣੇ ਕੋਲ ਇੱਕ ਨੀਚੇ ਇੱਕ ਛੋਟਾ ਜਿਹਾ ਨੂਮੈਰਿਕ ਦਿੱਤਾ ਹੋਇਆ ਹੈ, ਕੈਲਕੂਲੇਟ ਦਾ ਫੋਰਸ ਰਿਕੁਆਇਰਡ ਫॉर ਪੁਸ਼ਿੰਗ ਏ 30 ਕਿਲੋਗ੍ਰਾਮ ਵੁਡਨ ਬਾਰ over a wooden floor at a constant speed, coefficient of friction wood over wood given as 0.25, ਠੀਕ ਹੈ। ਮਾਸ ਕਿੰਨਾ ਗਿਵਨ ਹੈ ਆਪਣੇ ਕੋਲ ਪਹਿਲਾਂ, ਕੈਲਕੂਲੇਟ ਦਾ ਫੋਰਸ ਰਿਕੁਆਇਰਡ ਫॉर ਪੁਸ਼ਿੰਗ ਏ 30 ਕਿਲੋਗ੍ਰਾਮ ਵੁਡਨ ਬਾਰ ਹੈ, ਆਪਣੇ ਕੋਲ 30 ਕਿਲੋਗ੍ਰਾਮ ਦੀ ਇੱਕ ਵੁਡਨ ਬਾਰ ਹੈ, ਉਹਨੂੰ ਆਪਾਂ ਇੱਕ ਵੁਡਨ ਫਲੋਰ ਦੇ ਉੱਪਰ ਪੁਸ਼ ਕਰ ਰਹੇ ਹਾਂ। ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਇਜ਼ ਗਿਵਨ ਐਜ਼ 0.25, ਮਾਸ ਕਿੰਨਾ ਹੈ ਉਸ ਬੋਡੀ ਦਾ 30 ਕਿਲੋਗ੍ਰਾਮ, ਮਿਊ ਦੀ ਵੈਲਿਊ ਕਿੰਨੀ ਹੈ 0.25, ਠੀਕ ਹੈ। ਐਫ ਏ ਮਾਈਨਸ ਐਫ ਇਜ਼ ਇਕੁਅਲ ਟੂ ਐਮ ਏ ਹੁੰਦਾ ਆਪਣੇ ਕੋਲ। ਐਫ ਏ ਇਜ਼ ਦਾ ਫੋਰਸ ਅਪਲਾਈਡ, ਦਿਸ ਐਫ ਇਜ਼ ਦਾ ਫ੍ਰਿਕਸ਼ਨਲ ਫੋਰਸ, that is equal to m into a, ठीक है। for constant speed, जेकर अपनी स्पीड constant रहनी है तो अपन पता acceleration is 0 in that case, तो जे acceleration is 0 here, if you put acceleration as 0 तो in that case तो fa will be minus f should be equal to 0, तो fa will be equal to f, ठीक है। fa is your force applied,
ਉਹ ਐਫ ਦੇ ਇਕੁਅਲ ਹੈ। ਐਫ ਇਜ਼ ਯੋਰ ਫ੍ਰਿਕਸ਼ਨਲ ਫੋਰਸ, ਔਰ ਫ੍ਰਿਕਸ਼ਨਲ ਫੋਰਸ ਕਿਹਦੇ ਇਕੁਅਲ ਹੁੰਦੀ ਹੈ? ਦੈਟ ਇਜ਼ ਮਿਊ ਇਨਟੂ ਐਨ ਦੇ ਇਕੁਅਲ ਹੁੰਦੀ ਹੈ। ਫ੍ਰਿਕਸ਼ਨਲ ਫੋਰਸ ਇਜ਼ ਆਲਵੇਜ਼ ਇਕੁਅਲ ਟੂ ਮਿਊ ਇਨਟੂ ਐਨ। ਐਨ ਆਪਣੇ ਕੋਲ ਜਿਵੇਂ ਆ ਬੋਡੀ ਹੈ, ਤੁਹਾਨੂੰ ਪਹਿਲੇ ਵੀ ਦੱਸਿਆ ਗਿਆ ਸੀ ਵੀ ਜਦੋਂ ਆਪਾਂ ਨੀਚੇ ਇਹਦਾ weight ਐਕਟ ਕਰਦਾ ਐਮ ਇਨਟੂ ਜੀ, ਔਰ ਉੱਪਰ ਇਹਦਾ ਇੱਕ ਕੀ ਐਕਟ ਕਰੇਗਾ? ਨੋਰਮਲ। ਠੀਕ ਹੈ, ਇਹ ਜਿਹੜਾ ਇਹ ਚੀਜ਼ ਹੈ ਦਿਸ ਇਜ਼ ਯੋਰ ਐਨ, ਇਹ weight ਦੇ ਇਕੁਅਲ ਹੁੰਦਾ ਹੈ। n ਇਜ਼ ਯੋਰ ਇਕੁਅਲ ਟੂ m ਇਨਟੂ g। ਠੀਕ ਹੈ, ਆਹੀ ਚੀਜ਼ ਆਪਾਂ ਇੱਥੇ ਗੱਲ ਕਰ ਰਹੇ ਹਾਂ ਕਿ n ਇਜ਼ ਇਕੁਅਲ ਟੂ ਯੋਰ m ਇਨਟੂ g। ਇਹ ਵੈਲਿਊ ਆਪਾਂ ਇੱਥੇ ਪੁੱਟ ਅਪ ਕਰ ਦਿਆਂਗੇ ਮਿਊ ਇਨਟੂ n ਵਿੱਚ, ਆਹੀ ਇਹਦੀ ਥਾਂ ਤੇ ਆਪਾਂ ਇੱਥੇ ਪੁੱਟ ਅਪ ਕਰ ਦਿਆਂਗੇ। ਦੇਅਰਫੋਰ ਫੋਰਸ ਅਪਲਾਈਡ ਤੁਹਾਡੀ ਉਹ ਕਿੰਦੇ ਇਕੁਅਲ ਆ ਗਈ? ਮਿਊ ਇਨਟੂ n ਦੇ ਮਿਊ ਇਨਟੂ m ਇਨਟੂ g, ਕਿਉਂਕਿ n ਦੀ ਵੈਲਿਊ m ਇਨਟੂ g ਹੈ। ਮਿਊ ਦੀ ਵੈਲਿਊ ਕਿੰਨੀ ਗਿਵਨ ਹੈ? 0.25। m ਆਪਾਂ ਨੂੰ ਗਿਵਨ ਹੈ 30। g ਗਿਵਨ ਜੇ ਨਹੀਂ ਵੀ ਹੈ ਤਾਂ ਵੀ ਆਪਾਂ 9.8 ਲਗਾਉਂਦੇ, ਬਿਕੋਜ਼ ਇਟ ਇਜ਼ ਅ ਕੌਨਸਟੈਂਟ ਵੈਲਿਊ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ। ਇਹਨਾਂ ਨੂੰ ਮਲਟੀਪਲਾਈ ਕਰੋਗੇ ਯੂ ਵਿਲ ਬੀ ਗੈਟਿੰਗ 73.5 ਐਂਡ ਇਟ ਇਜ਼ 73.5, ਕਿਉਂਕਿ ਫੋਰਸ ਆਈ ਹੈ ਤਾਂ ਇਹ ਨਿਊਟਨ ਵਿੱਚ ਹੋਏਗੀ, ਤਾਂ ਦਿਸ ਇਜ਼ ਦਾ ਫੋਰਸ ਅਪਲਾਈਡ। ਓਕੇ, ਇਨ ਦਿਸ ਵੇ ਯੂ ਕੈਨ ਸੋਲਵ ਦਿਸ ਐਂਡ ਦੁਬਾਰਾ ਚੈੱਕ ਕਰ ਸਕਦੇ ਹੋ ਨੂਮੈਰਿਕ ਨੂੰ। ਕੋਈ ਪ੍ਰੋਬਲਮ ਲੱਗੇ ਤਾਂ ਯੂ ਕੈਨ ਡਿਸਕਸ। ਓਕੇ, ਸੈਕਿੰਡ ਪ੍ਰੋਬਲਮ ਆਪਾਂ ਬਾਅਦ ਚ ਡਿਸਕਸ ਕਰਾਂਗੇ ਇਹਦੇ ਵਿੱਚ ਜੋ ਗਿਵਨ ਹੈ। ਦੈਨ ਆਪਣੇ ਕੋਲ ਹੈ ਫ੍ਰਿਕਸ਼ਨ ਇਜ਼ ਏ ਬੌਨ ਔਰ ਬੈਨ ਅਗੇਂਸਟ ਮੋਸ਼ਨ। ਮਤਲਬ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਫ੍ਰਿਕਸ਼ਨ ਆਪਣੇ ਕੋਲ ਐਡਵਾਂਟੇਜ ਹੈ, ਫ੍ਰਿਕਸ਼ਨ ਦੀਆਂ ਕੁਝ ਡਿਸਐਡਵਾਂਟੇਜਸ ਹੈ। ਠੀਕ ਹੈ, ਇਹਨੂੰ ਆਪਾਂ ਕਈ ਵਾਰੀ ਬੁੱਕਸ ਵਿੱਚ ਇੱਦਾਂ ਲਿਖਿਆ ਹੁੰਦਾ ਫ੍ਰਿਕਸ਼ਨ ਇਜ਼ ਅ ਨੈਸੈਸਰੀ ਈਵਲ। ਈਵਲ ਮਤਲਬ ਬੁਰਾਈ, ਨੈਸੈਸਰੀ ਮਤਲਬ ਜ਼ਰੂਰੀ, ਵੀ ਜ਼ਰੂਰੀ ਵੀ ਹੈ ਤੇ ਮਾੜੀ ਵੀ ਹੈ। ਠੀਕ ਹੈ, ਹੁਣ ਜ਼ਰੂਰੀ ਕਿੱਦਾਂ ਹੈ ਤੇ ਮਾੜੀ ਕਿੱਦਾਂ ਹੈ? ਤਾਂ ਉਹਦੇ 'ਚ ਕੀ ਹੈ? ਪਹਿਲੀ ਚੀਜ਼ ਜ਼ਰੂਰੀ ਕਿਵੇਂ ਹੈ ਕਿ ਫ੍ਰਿਕਸ਼ਨ ਹੈਲਪਸ ਇਨ ਵਾਕਿੰਗ। ਜੇ ਅਸੀਂ ਚੱਲਦੇ ਹਾਂ ਉੱਥੇ ਸਾਨੂੰ ਫ੍ਰਿਕਸ਼ਨ ਹੈਲਪ ਕਰਦੀ ਹੈ। ਪਹਿਲੀ ਚੀਜ਼, ਅਸੀਂ ਤਾਂ ਹੀ ਚੱਲ ਪਾਉਂਦੇ ਹਾਂ ਕਿਉਂਕਿ ਅਸੀਂ ਸਾਡੇ ਜਿਹੜੇ ਪੈਰ ਹੈ ਜਾਂ ਜਿਹੜੇ ਜਦੋਂ ਅਸੀਂ ਕੋਈ ਸ਼ੂ ਪਾਉਂਦੇ ਹਾਂ, ਸ਼ੂ ਦਾ ਜਿਹੜਾ ਨੀਚੇ ਵਾਲਾ ਪਾਰਟ ਹੈ ਔਰ ਜਿਹੜਾ ਗਰਾਊਂਡ ਹੈ ਉਹਦੇ ਵਿੱਚ ਫ੍ਰਿਕਸ਼ਨ ਹੁੰਦੀ ਹੈ। ਤੁਸੀਂ ਦੇਖਿਆ ਕਦੇ ਸ਼ੂਜ਼ ਦੇ ਨੀਚੋਂ ਉਹ ਕਿੱਦਾਂ ਦਾ ਹੁੰਦਾ ਹੈ? ਬਿਲਕੁਲ ਪਲੇਨ ਹੁੰਦਾ ਜਾਂ ਉਹਦੇ ਜ਼ਿਗਜ਼ੈਗ ਜੇ ਬਣੇ ਹੁੰਦੇ ਆ? ਤਾਂ ਉਹਦੇ 'ਚ ਹਮੇਸ਼ਾ ਜ਼ਿਗਜ਼ੈਗ ਡਿਜ਼ਾਈਨ ਜੇ ਬਣੇ ਹੋਣਗੇ ਸ਼ੂਜ਼ ਦੇ ਨੀਚੇ। ਠੀਕ ਹੈ, ਉਹਦਾ ਰੀਜ਼ਨ ਕੀ ਹੈ ਕਿ ਤਾਂ ਕਿ ਥੋੜੀ ਫ੍ਰਿਕਸ਼ਨ ਰਵੇ। ਜੇ ਫ੍ਰਿਕਸ਼ਨ ਹੋਏਗੀ ਤਾਂ ਹੀ ਆਪਾਂ ਈਜ਼ੀਲੀ ਗਰਾਊਂਡ ਦੇ ਉੱਤੇ ਚੱਲ ਪਾਵਾਂਗੇ। ਔਰ ਕਦੇ ਕਦੇ ਤੁਸੀਂ ਦੇਖਿਆ ਹੋਊਗਾ, ਕਦੇ ਕਦੇ ਆਪਾਂ ਕਿੱਦਾਂ ਦੇਖਦੇ ਹਾਂ ਵੀ ਕੀ ਹੋ ਰਿਹਾ ਹੁੰਦਾ ਵੀ ਬਾਰਿਸ਼ ਹੁੰਦੀ ਹੈ, ਬਾਰਿਸ਼ ਹੋਣ ਤੋਂ ਬਾਅਦ ਜਿਹੜੇ ਲੋਕ ਹੈ ਉਹ ਉਸ ਗਿੱਲੇ ਫਲੋਰ ਦੇ ਉੱਪਰ ਚੱਲ ਰਹੇ ਹੈ ਤੇ ਡਿੱਗ ਪੈਂਦੇ ਆ। ਉਦੋਂ ਕੀ ਹੋ ਰਿਹਾ? ਜਾਂ ਜਿਹੜੀ ਮਿੱਟੀ ਹੈ ਉਹਦੇ 'ਚ ਅਸੀਂ ਕਈ ਵਾਰੀ ਜਾਂਦੇ ਹਾਂ ਤਾਂ ਅਸੀਂ ਗਿਰ ਜਾਂਦੇ ਹਾਂ। ਰੀਜ਼ਨ ਕੀ ਹੁੰਦਾ? ਰੀਜ਼ਨ ਇਹ ਹੁੰਦਾ ਵੀ ਉਦੋਂ ਫ੍ਰਿਕਸ਼ਨ ਘਟ ਜਾਂਦੀ ਹੈ। ਫ੍ਰਿਕਸ਼ਨ ਘਟਣ ਕਰਕੇ ਅਸੀਂ ਨਹੀਂ ਚੱਲ ਪਾਉਂਦੇ ਪ੍ਰੋਪਰ। ਤਾਂ ਦੇਅਰਫੋਰ ਫ੍ਰਿਕਸ਼ਨ ਹੈਲਪਸ ਇਨ ਵਾਕਿੰਗ। ਇਟ ਇਜ਼ ਇੰਪੋਰਟੈਂਟ ਕਿ ਫ੍ਰਿਕਸ਼ਨ ਹੋਵੇ। ਸਿਮਿਲਰਲੀ ਜਿੰਨੇ ਵਹੀਕਲਸ ਉਹਨਾਂ ਦੇ ਟਾਇਰਸ ਚੱਲਦੇ ਹੈ, ਉਹ ਟਾਇਰਸ ਅਤੇ ਜਿਹੜਾ ਗਰਾਊਂਡ ਹੈ, ਜਿਹੜੀ ਸਾਡੀ ਸੜਕ ਹੈ, ਉਹਦੇ ਵਿਚਕਾਰ ਵੀ ਫ੍ਰਿਕਸ਼ਨ ਹੋਣੀ ਜ਼ਰੂਰੀ ਹੈ। ਜੇ ਫ੍ਰਿਕਸ਼ਨ ਹੋਏਗੀ ਤਾਂ ਹੀ ਉਹ ਚੀਜ਼ਾਂ ਚੱਲ ਸਕਦੀਆਂ। ਜੇ ਫ੍ਰਿਕਸ਼ਨ ਨਹੀਂ ਹੋਏਗੀ ਤਾਂ ਉਹ ਚੀਜ਼ਾਂ ਇੱਕ ਜਗ੍ਹਾ ਦੇ ਉੱਪਰ ਹੀ ਘੁੰਮਦੀਆਂ ਰਹਿਣਗੀਆਂ। ਇਹ ਵੀ ਤੁਸੀਂ ਕਦੇ ਕਦੇ ਦੇਖਿਆ ਹੋਊਗਾ, ਜਦੋਂ ਕੋਈ ਕਾਰ ਹੈ ਜਾਂ ਕੋਈ ਇੱਦਾਂ ਦਾ ਵਹੀਕਲ ਹੈ ਨਾ, ਉਹ ਕਿਸੇ ਖੱਡੇ ਖੁੱਡੇ 'ਚ ਫਸ ਜਾਂਦੇ ਹੈ, ਬਾਰਿਸ਼ ਪਈ ਹੁੰਦੀ ਹੈ ਤਾਂ ਉਹ ਟਾਇਰ ਜਿਹਾ ਇੱਕ ਜਗ੍ਹਾ 'ਤੇ ਘੁੰਮਦਾ ਰਹਿੰਦਾ, ਬਾਹਰ ਨਹੀਂ ਨਿਕਲਦਾ। ਰੀਜ਼ਨ ਕੀ ਹੈ? ਫ੍ਰਿਕਸ਼ਨ ਘਟ ਜਾਂਦੀ ਹੈ। ਠੀਕ ਹੈ, therefore friction is necessary here. Then next is friction helps in movement of automobile। ਇਹ ਚੀਜ਼ ਜਿਹੜੀ ਆਪਾਂ ਡਿਸਕਸ ਕਰ ਰਹੇ ਹਾਂ। ਠੀਕ ਹੈ, ਫ੍ਰਿਕਸ਼ਨ ਆਟੋਮੋਬਾਈਲ ਨੂੰ ਮੂਵ ਕਰਨ ਵਿੱਚ ਹੈਲਪ ਕਰਦੀ ਹੈ, ਵੀ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਸਿਮਿਲਰਲੀ देयर आर सर्टेन अदर ਐਡਵਾਂਟੇजेस ਆਲਸੋ। ਆਪਾਂ ਬ੍ਰੇਕਸ ਲਗਾਉਂਦੇ ਹਾਂ, ਬ੍ਰੇਕਸ ਵੀ ਤਾਂ ਹੀ ਪੋਸੀਬਲ ਹੈ ਜੇ ਫ੍ਰਿਕਸ਼ਨ ਹੋਊਗੀ ਤਾਂ। ਸਾਈਕਲ ਦੇਖਿਆ ਨਾ, ਸਾਈਕਲ ਦੀ ਬ੍ਰੇਕ ਦੇਖੀ ਹੈ? ਬ੍ਰੇਕ ਵਾਲਾ ਸਿਸਟਮ ਕਦੇ ਓਬਜ਼ਰਵ ਕੀਤਾ ਹੈ ਮਿਊਟਲੀ? ਆਪਾਂ ਉਹ ਨੱਪਦੇ ਜੇ ਹਾਂ ਨਾ, ਸਾਈਕਲ ਦੇ ਅੱਗੇ ਲੱਗਿਆ ਹੁੰਦਾ ਬ੍ਰੇਕ ਵਾਲਾ ਸਿਸਟਮ, ਜਾਂ ਉਹਨੂੰ ਨੱਪਦੇ ਹਾਂ। ਹੁੰਦਾ ਕੀ ਹੈ, ਜਿਹੜਾ ਸਾਈਕਲ ਦਾ ਰਿਮ ਹੈ, ਜਿਹੜਾ ਪਹੀਆ ਜਿਹਨੂੰ ਆਪਾਂ ਬੋਲਦੇ ਹਾਂ, ਉਹਦੇ ਨਾਲ ਇੱਕ ਰਬੜ ਜੀ ਹੁੰਦੀ ਹੈ ਜਿਹੜੀ ਜਾ ਕੇ ਨਾਲ ਲੱਗਦੀ ਹੈ, ਉਤਾਰ ਜੀ ਨਾਲ ਲੱਗੀ ਹੁੰਦੀ ਹੈ। ਆਪਾਂ ਉਹਨੂੰ ਅੱਗੋਂ ਹੈਂਡਲ ਦੇ ਕੋਲੋਂ ਜਦੋਂ ਨੱਪਦੇ ਹਾਂ ਤਾਂ ਉਤਾਰ ਜੀ ਖਿੱਚੀ ਜਾਂਦੀ ਹੈ, ਉਹਦੇ ਨਾਲ ਉਹ ਰਬੜ ਜੀ ਨਾਲ ਲੱਗ ਜਾਂਦੀ ਹੈ ਟਾਇਰ ਦੇ ਰਿਮ ਦੇ ਨਾਲ, ਤਾਂ ਫ੍ਰਿਕਸ਼ਨ ਪੈਦਾ ਹੁੰਦੀ ਹੈ, ਸਾਡਾ ਟਾਇਰ ਰੁਕ ਜਾਂਦਾ ਹੈ। ਜੇ ਅਸੀਂ ਉਸ ਜਗ੍ਹਾ 'ਤੇ ਉਹਦੇ ਉੱਪਰ ਓਇਲ ਲਗਾ ਦਈਏ, ਸਰੋਂ ਦਾ ਤੇਲ ਲਗਾ ਦਈਏ, ਤਾਂ ਕੀ ਹੋਏਗਾ? ਫ੍ਰਿਕਸ਼ਨ ਘਟ ਜਾਏਗੀ। ਫਿਰ ਤੁਸੀਂ ਬ੍ਰੇਕ ਲਗਾਓਗੇ, ਬ੍ਰੇਕ ਲੱਗਣੀ ਨਹੀਂ ਪ੍ਰੋਪਰ। देयरफॉर ब्रेकिंग वास्ते भी फ्रिक्शन इज़ नैसेसरी। तो देयर आर सर्टन अदर थिंग्स जिथे फ्रिक्शन ਆਪਾਂ ਨੂੰ ਚਾਹੀਦੀ ਹੈ। ठीक है, कदे तुसी देखिया
ਆਪਾਂ ਆਟਾ ਪਸਾਨੇ ਆ, ਉਹ ਚੱਕੀ ਹੁੰਦੀ ਹੈ, ਚੱਕੀ ਚੱਲਦੀ ਹੈ ਨਾ, ਉਹ ਵਿਚਾਲੇ ਇੱਕ ਵੱਡਾ ਸਾਰਾ ਪਟਾ ਜਿਹਾ ਲੱਗਿਆ ਹੁੰਦਾ ਹੈ। ਇੱਕ ਪਾਸੇ ਮੋਟਰ ਹੈ, ਇੱਕ ਪਾਸੇ ਉਹ ਚੱਕੀ ਹੈ ਜਿੱਥੇ ਆਟਾ ਪੀਸ ਰਹੇ ਹੈ। ਉਹਦੇ ਵਿਚਾਲੇ ਇੱਕ ਪਟਾ ਜਿਹਾ ਲੱਗਿਆ ਹੁੰਦਾ। ਪਟਾ ਤਾਂ ਹੀ ਚੱਲਦਾ ਜੇ ਉਹਦੇ 'ਚ ਫ੍ਰਿਕਸ਼ਨ ਹੋਏਗੀ, ਤਾਂ ਹੀ ਉਹਨੂੰ ਘੁਮਾ ਪਾਏਗਾ। ਤਾਂ ਇਹਨਾਂ ਸਾਰੀਆਂ ਥਾਵਾਂ ਤੇ ਫ੍ਰਿਕਸ਼ਨ ਇਜ਼ ਨੈਸੈਸਰੀ। ਠੀਕ ਹੈ, ਇਹਦੇ 'ਚ ਆਪਾਂ ਇਹ ਵਾਲੀ ਗੱਲ ਕਰਦੇ ਹਾਂ। ਮੈਂ ਤੁਹਾਨੂੰ ਸੈਕਿੰਡ ਵੀਡੀਓ 'ਚ ਦਿਖਾਣਾ ਵੀ ਆਪਣੇ ਕੋਲ ਕਿੱਦਾਂ ਹੈ ਇਹਦਾ ਕਨਸੈਪਟ। ਦੇਖੋ ਹੇਅਰ friction is, we will say friction is necessary evil, ਵੀ certain things are there where friction is necessary, friction ਆਪਣੇ ਲਈ ਜ਼ਰੂਰੀ ਹੈ। ਠੀਕ ਹੈ, ਕੋਈ ਵੀ ਇਦਾਂ ਦੇ ਮਸ਼ੀਨਸ ਚੱਲ ਰਹੀਆਂ ਉਹਨਾਂ 'ਚ ਫ੍ਰਿਕਸ਼ਨ ਸਾਨੂੰ ਚਾਹੀਦੀ ਹੈ। ਠੀਕ ਹੈ, ਟਾਇਰ ਚੱਲ ਰਿਹਾ ਹੈ ਉਹਨਾਂ 'ਚ ਫ੍ਰਿਕਸ਼ਨ ਚਾਹੀਦੀ ਹੈ। ਓਕੇ, ਤਾਂ ਆਕਾਰ ਤੁਹਾਡੀ ਚੱਲ ਰਹੀ ਹੈ ਸੜਕ ਦੇ ਉੱਪਰ, ਇਹ ਤਾਂ ਹੀ ਪੋਸੀਬਲ ਹੈ ਜੇ ਫ੍ਰਿਕਸ਼ਨ ਹੋਏਗੀ। ਕਿੰਦੇ ਵਿੱਚ? ਟਾਇਰਸ ਵਿੱਚ। ਤੇ ਜਿਹੜੀ ਬ੍ਰੇਕ ਲਗਾਵਾਂਗੇ ਉਹ ਫ੍ਰਿਕਸ਼ਨ ਕਰਕੇ ਹੀ ਰੁਕੇਗਾ। ਠੀਕ ਹੈ, ਆਪਾਂ ਚੱਲ ਰਹੇ ਹਾਂ ਤਾਂ ਉਹ ਵੀ ਤਾਂ ਪੋਸੀਬਲ ਹੈ ਜੇ ਫ੍ਰਿਕਸ਼ਨ ਹੋਏਗੀ ਸਾਡੇ ਵਿੱਚ। ਜਿਹੜੇ ਸਾਡਾ ਫਲੋਰ ਹੈ, ਵੈਟ ਫਲੋਰ ਹੋਏਗਾ ਤਾਂ ਅਸੀਂ ਕੀ ਕਰਦੇ ਹਾਂ? ਸਲਿਪ ਕਰਦੇ ਹਾਂ। ਰੀਜ਼ਨ ਕੀ ਹੈ? ਫ੍ਰਿਕਸ਼ਨ ਘਟ ਗਈ। ਗਿੱਲਾ ਫਲੋਰ ਸੀਗਾ, ਫ੍ਰਿਕਸ਼ਨ ਘੱਟ ਹੋ ਗਈ, ਹੈ ਨਾ। ਤਾਂ ਇਹ ਕਈ ਥਾਵਾਂ ਤੇ ਸਾਡੇ ਕੋਲ ਜਿਹੜਾ ਫ੍ਰਿਕਸ਼ਨ ਹੈ ਉਹ ਜ਼ਰੂਰੀ ਸੀ, ਤੇ ਕਈ ਥਾਵਾਂ ਤੇ ਫਿਰ ਡਿਸਐਡਵਾਂਟੇਜ ਹੈ ਫ੍ਰਿਕਸ਼ਨ ਦੇ। ਡਿਸਐਡਵਾਂਟੇਜ ਕਿਵੇਂ ਹੈ? ਵੀ ਆਪਾਂ ਨੂੰ ਪਤਾ ਹੈ ਫ੍ਰਿਕਸ਼ਨ ਨਾਲ ਕੀ ਪੈਦਾ ਹੁੰਦਾ ਹੈ? ਹੀਟ ਪੈਦਾ ਹੁੰਦੀ ਹੈ। ਪਤਾ ਨਹੀਂ ਤਾਂ ਬੜਾ ਸਿੰਪਲ ਜੀ ਗੱਲ ਹੈ। ਤੁਸੀਂ ਆਪਣੇ ਦੋਨੋਂ ਹੈਂਡਸ ਨੂੰ ਰਬ ਕਰਕੇ ਦੇਖੋ, ਹੁਣੇ ਕਰਕੇ ਦੇਖੋ, ਹੈਂਡ ਨੂੰ ਰਬ ਕਰੋ, ਕੀ ਹੋ ਰਿਹਾ? ਯੂਰ ਹੈਂਡਸ ਗੋਟ ਹੀਟਿਡ। ਠੀਕ ਹੈ, ਆਪਣੇ ਜਦੋਂ ਫ੍ਰਿਕਸ਼ਨ ਹੈ, ਫ੍ਰਿਕਸ਼ਨ ਨਾਲ ਕੀ ਹੋ ਰਿਹਾ? ਆਪਣੇ ਹੈਂਡ ਜਿਹੜੇ ਆ ਉਹਨਾਂ ਨੂੰ ਹੀਟ ਪ੍ਰੋਡਿਊਸ ਹੋ ਰਹੀ ਹੈ। ਠੀਕ ਹੈ, ਕਿਉਂਕਿ ਫ੍ਰਿਕਸ਼ਨ ਸਾਡੀ ਹੀਟ ਵਿੱਚ ਕਨਵਰਟ ਹੋ ਜਾਂਦੀ ਹੈ। ਠੀਕ ਹੈ, ਤਾਂ ਸਾਡੇ ਕੋਲ ਕੀ ਹੈ ਇਹਦੇ 'ਚ? ਇਹ ਸਾਡੀ ਡਿਸਐਡਵਾਂਟੇਜ ਹੈ, ਕਿਉਂਕਿ ਸਾਡੀ ਜਿਹੜੀ એનર્ਜੀ ਹੈ ਉਹ ਕਿੰਦੇ 'ਚ ਕਨਵਰਟ ਹੋ ਗਈ? ਹੀਟ ਵਿੱਚ ਕਨਵਰਟ ਹੋ ਗਈ। ਉਹਦਾ ਕੁਝ ਪਾਰਟ, ਉਹ એનર્ਜੀ ਵੇਸਟ ਹੋ ਗਈ। ਮਸ਼ੀਨਸ ਚੱਲਦੀਆਂ, ਤੁਸੀਂ ਦੇਖਿਆ ਕਦੇ ਬਾਈਕ ਚੱਲਦਾ, ਜਦੋਂ ਉਹਨੂੰ ਥੋੜ੍ਹੀ ਦੇਰ ਬਾਅਦ, ਜਦੋਂ ਬਾਈਕ ਚੱਲਦਾ ਹੈ ਥੋੜ੍ਹੀ ਦੇਰ ਬਾਅਦ ਆਪਾਂ ਉਹਦੇ ਕੋਲੇ ਹੱਥ ਕਰੀਏ ਤਾਂ ਆਪਾਂ ਨੂੰ ਲੱਗਦਾ ਬਹੁਤ ਜ਼ਿਆਦਾ ਗਰਮ ਹੈ। ਈਵਨ ਆਪਾਂ ਟੱਚ ਕਰੀਏ ਤਾਂ ਆਪਣੇ ਉੱਥੇ ਜਲਨ ਹੁੰਦੀ ਹੈ ਪੂਰੀ, ਤੁਹਾਡੀ ਸਕਿਨ ਦੇ ਉੱਪਰ ਵੀ ਬਰਨ ਹੋ ਸਕਦੇ ਹੈ। ਠੀਕ ਹੈ, ਕੋਈ ਸਕੂਟਰ ਚੱਲਦਾ ਹੈ, ਕੋਈ ਕਾਰ ਚੱਲਦੀ ਹੈ, ਉਹਦੇ ਨੇੜੇ ਜਾ ਕੇ ਦੇਖੋ ਤੁਹਾਨੂੰ ਲੱਗੂਗਾ ਗਰਮ ਹੈ ਚੀਜ਼। ਗਰਮ ਕਿਉਂ ਹੋ ਰਹੀ ਹੈ? ਕਿਉਂਕਿ ਉਹਦੇ ਜਿਹੜੇ ਪਾਰਟਸ ਹੈ ਉਹ ਫ੍ਰਿਕਸ਼ਨ ਕਰਕੇ ਉਹਨਾਂ ਵਿੱਚ ਕੀ ਹੋ ਰਿਹਾ? ਹੀਟ ਪ੍ਰੋਡਿਊਸ ਹੋ ਰਹੀ ਹੈ। ਸਿਮਿਲਰਲੀ ਨੋਇਸ ਪ੍ਰੋਡਿਊਸ ਹੁੰਦੀ ਹੈ ਫ੍ਰਿਕਸ਼ਨ ਕਰਕੇ। ਫੈਨ ਚੱਲਦਾ ਹੈ, ਕਦੇ ਦੇਖਿਆ ਨਾ, ਫੈਨ ਜਦੋਂ ਚੱਲਦਾ ਹੈ ਉਦੋਂ ਆਵਾਜ਼ ਜੀ ਆਉਂਦੀ ਹੈ। ਕੂਲਰ ਚੱਲਦਾ ਉਹਦੀ ਆਵਾਜ਼ ਆਉਂਦੀ ਹੈ। ਕਿਉਂ ਹੋ ਰਹੀ ਹੈ? ਕਿਉਂਕਿ ਫ੍ਰਿਕਸ਼ਨ ਹੈ। ਜੇ ਫ੍ਰਿਕਸ਼ਨ ਨਾ ਹੋਵੇ, ਸਾਈਕਲ ਹੈ ਉਹਦੇ 'ਚ ਕਈ ਵਾਰੀ ਜ਼ਿਆਦਾ ਆਵਾਜ਼ ਜੀ ਆਉਂਦੀ ਹੈ ਤਾਂ ਅਸੀਂ ਉਹਨੂੰ ਕੋਈ ਆਇਲ ਲਗਾ ਦਿੰਦੇ ਹਾਂ, ਕੋਈ ਗਰੀਸ ਲਗਾ ਦਿੰਦੇ ਹਾਂ। ਜਿਹੜੇ ਫੈਨਸ ਹੈ ਉਹਨਾਂ 'ਚੋਂ ਜ਼ਿਆਦਾ ਆਵਾਜ਼ ਆਉਣ ਲੱਗ ਜਾਂਦੀ ਹੈ ਤਾਂ ਆਪਾਂ ਮਕੈਨਿਕ ਨੂੰ ਬੁਲਾਉਂਦੇ ਹਾਂ ਤਾਂ ਉਹ ਕਹੂਗਾ ਗਰੀਸ ਕਰਨ ਵਾਲਾ ਜੀ। ਗਰੀਸ ਮਤਲਬ ਲੁਬਰੀਕੈਂਟ। ਲੁਬਰੀਕੈਂਟ ਯੂਜ਼ ਕਰਕੇ ਆਪਾਂ ਫ੍ਰਿਕਸ਼ਨ ਨੂੰ ਥੋੜ੍ਹਾ ਘਟਾ ਸਕਦੇ ਹਾਂ। ਠੀਕ ਹੈ, ਐਵੇਂ ਇੰਜਨਸ ਆਫ ਆਟੋਮੋਬਾਈਲ ਕੰਜ਼ਿਊਮ ਮੋਰ ਫਿਊਲ। ਜਿਹੜੇ ਇੰਜਨਸ ਹੈ ਉਹ ਜ਼ਿਆਦਾ ਫਿਊਲ ਯੂਜ਼ ਕਰਨਗੇ ਜੇਕਰ ਉਹਨਾਂ 'ਚ ਫ੍ਰਿਕਸ਼ਨ ਹੁੰਦੀ ਹੈ, ਤਾਂ ਜ਼ਿਆਦਾ ਫ੍ਰਿਕਸ਼ਨ ਹੋਏਗੀ। ਤਾਂ ਇਹ ਸਾਰੀਆਂ ਡਿਸਐਡਵਾਂਟੇਜ ਹੈ ਫ੍ਰਿਕਸ਼ਨ ਦੀਆਂ। ਮਤਲਬ ਫ੍ਰਿਕਸ਼ਨ ਇੱਥੇ ਸਾਡੇ ਲਈ ਹਾਰਮਫੁਲ ਹੈ। ਇੱਥੇ ਅਸੀਂ ਚਾਹੁੰਦੇ ਹਾਂ ਫ੍ਰਿਕਸ਼ਨ ਨਾ ਹੋਵੇ। ਤਾਂ ਜਦੋਂ ਅਸੀਂ ਚਾਹੁੰਦੇ ਹਾਂ ਫ੍ਰਿਕਸ਼ਨ ਨਾ ਹੋਵੇ ਤਾਂ ਅਸੀਂ ਕੀ ਕਰਾਂਗੇ? ਉਹਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਕਿਵੇਂ ਰਿਡਿਊਸ ਕਿਵੇਂ ਹੋਏਗਾ? ਉਹਦੇ ਵਿੱਚ ਆਪਣੇ ਕੋਲ ਮੈਥਡਸ ਕੀ ਹੈ? ਆ ਦੇਖੋ, ਮੈਥਡਸ ਟੂ ਰਿਡਿਊਸ ਫ੍ਰਿਕਸ਼ਨ। ਠੀਕ ਹੈ, ਆਪਣੇ ਕੋਲ ਕਿਹੜੇ ਮੈਥਡਸ ਹੈ ਜਿਹਦੇ ਨਾਲ ਆਪਾਂ ਫ੍ਰਿਕਸ਼ਨ ਨੂੰ ਰਿਡਿਊਸ ਕਰ ਸਕਦੇ ਹਾਂ? ਤਾਂ ਮੈਥਡਸ ਟੂ ਰਿਡਿਊਸ ਫ੍ਰਿਕਸ਼ਨ 'ਚ ਪਹਿਲੀ ਚੀਜ਼ ਆਉਂਦੀ ਹੈ ਯੂਜ਼ ਆਫ ਲੁਬਰੀਕੈਂਟਸ। ਵੀ ਅਸੀਂ ਲੁਬਰੀਕੈਂਟਸ ਦਾ ਯੂਜ਼ ਕਰ ਸਕਦੇ। ਲੁਬਰੀਕੈਂਟ ਦਾ ਮਤਲਬ ਸਮਝਦੇ ਹੋ? ਕੋਈ ਆਇਲ, ਗਰੀਸ, ਇੱਦਾਂ ਦੀ ਚੀਜ਼ ਜਿਹੜੀ ਕੂਲੀ ਹੁੰਦੀ ਹੈ ਨਾ, ਕੂਲਾ ਹੁੰਦਾ ਨਾ, ਕਈ ਵਾਰੀ ਆਪਣਾ ਟੱਚ ਕਰਦੇ ਹਾਂ, ਜਿਵੇਂ ਸਰੋਂ ਦਾ ਤੇਲ ਹੈ, ਫਿੰਗਰਸ ਨਾਲ ਆਪਾਂ ਲਗਾਉਂਦੇ ਹਾਂ ਤਾਂ ਆਪਾਂ ਨੂੰ ਲੱਗਦਾ ਹੈ ਪਲੇਨ ਜਾਂ, ਹੈ ਨਾ, ਦੈਟ ਇਜ਼ ਲੁਬਰੀਕੈਂਟ। ਤਾਂ ਆਪਾਂ ਗਰੀਸ ਲਗਾ ਸਕਦੇ ਹਾਂ। ਪਹਿਲੀ ਚੀਜ਼ ਲੁਬਰੀਕੈਂਟਸ ਆਪਾਂ ਲਗਾਉਂਦੇ ਹਾਂ ਨਾ, ਆਇਲ ਵਗੈਰਾ ਲਗਾਉਂਦੇ ਹਾਂ ਮਸ਼ੀਨਸ ਨੂੰ, ਤਾਂ ਕਿਉਂ ਲਗਾਉਂਦੇ ਹਾਂ? ਕਿਉਂਕਿ ਫ੍ਰਿਕਸ਼ਨ ਘੱਟ ਜੇ। ਦੂਸਰਾ, ਗਰੀਸ ਲਗਾ ਸਕਦੇ ਹਾਂ। ਐਵੇਂ ਆਪਾਂ ਬੋਲ ਬੈਰਿੰਗ ਨੂੰ ਯੂਜ਼ ਕਰ ਸਕਦੇ ਹਾਂ। ਬੋਲ ਬੈਰਿੰਗ ਦਾ ਹੁਣੇ ਤੁਹਾਨੂੰ ਦਿਖਾਈ ਸੀ ਨਾ, ਬੋਲ ਬੈਰਿੰਗਸ ਨੂੰ ਯੂਜ਼ ਕਰ ਸਕਦੇ ਹਾਂ। ਇਹ ਵਾਲਾ ਕਨਸੈਪਟ ਹੈ ਬੋਲ ਬੈਰਿੰਗ ਦਾ, ਆਹ ਚੀਜ਼। ਠੀਕ ਹੈ, ਇਹਦੇ 'ਚ ਇਹਦੀਆਂ ਦੋ ਪਾਰਟਸ ਹੈ, ਉਹਨਾਂ ਦੇ ਵਿਚਾਲੇ ਇੱਦਾਂ ਦੀਆਂ ਛੋਟੀਆਂ ਬੋਲਸ ਹੈ। ਇਹਨੂੰ ਖੋਲ ਕੇ ਦਿਖਾਇਆ ਹੋਇਆ, ਇਸ ਪਾਰਟ ਨੂੰ ਆਪਾਂ ਖੋਲ ਕੇ ਦਿਖਾਇਆ। ਉੱਪਰ ਵਾਲਾ ਤੇ ਨੀਚੇ ਵਾਲਾ, ਦੇयर ਆਰ ਟੂ ਸੈਪਰੇਟ ਪਾਰਟਸ, ਔਰ ਉਹਨਾਂ ਦੇ ਵਿਚਕਾਰ ਦੇयर ਆਰ ਸਰਟਨ ਦਿਸ ਥਿੰਗ, ਦੇयर ਆਰ ਸਰਟਨ ਸਮਾਲ
ਬੋਲਸ, ਉਹਨਾਂ 'ਚ ਰੋਲਿੰਗ ਫ੍ਰਿਕਸ਼ਨ ਹੋਏਗੀ। ਰੋਲਿੰਗ ਫ੍ਰਿਕਸ਼ਨ ਇਜ਼ ਆਲਵੇਜ਼ ਲੈਸ, ਰੋਲਿੰਗ ਫ੍ਰਿਕਸ਼ਨ ਹਮੇਸ਼ਾ ਘੱਟ ਹੁੰਦੀ ਹੈ ਕਿਹਦੇ ਨਾਲੋਂ, ਦੂਸਰੀ ਫ੍ਰਿਕਸ਼ਨ ਨਾਲੋਂ। ਜਦੋਂ ਕੋਈ ਚੀਜ਼ ਇੱਕ ਤੋਂ ਦੂਸਰੀ ਚੀਜ਼ ਦੇ ਉੱਪਰ ਸਲਾਈਡ ਕਰਦੀ ਹੈ ਤਾਂ ਜਦੋਂ ਆਪਾਂ ਕਿਸੇ ਚੀਜ਼ ਨੂੰ ਘੁਮਾਉਣਾ ਹੈ ਪ੍ਰੋਪਰਲੀ ਤਾਂ ਆਪਾਂ ਚਾਹੁੰਦੇ ਹਾਂ ਫ੍ਰਿਕਸ਼ਨ ਘੱਟ ਹੋਵੇ, ਤਾਂ ਆਪਾਂ ਚਾਹਾਂਗੇ ਉੱਥੇ ਰੋਲਿੰਗ ਫ੍ਰਿਕਸ਼ਨ ਕਰ ਲਓ, ਹੈ ਨਾ। ਤਾਂ ਰੋਲਿੰਗ ਫ੍ਰਿਕਸ਼ਨ ਹਮੇਸ਼ਾ ਘੱਟ ਹੁੰਦੀ ਹੈ। ਤਾਂ ਰੋਲਿੰਗ ਫ੍ਰਿਕਸ਼ਨ ਕਰਨ ਲਈ ਆਪਾਂ ਇੱਕ ਡਿਵਾਈਸ ਬਣਾ ਲਈ ਜਿਹਨੂੰ ਅਸੀਂ ਕੀ ਨਾਮ ਦੇਤਾ, ਬੋਲ ਬੈਰਿੰਗਸ। ਇਹ ਆਪਾਂ ਫੈਨਸ ਦੇ ਅੰਦਰ, ਕੂਲਰ ਦੇ ਅੰਦਰ, ਇੱਦਾਂ ਦੀਆਂ ਡਿਵਾਈਸਿਸ ਦੇ ਅੰਦਰ ਅਸੀਂ ਯੂਜ਼ ਕਰਦੇ ਹਾਂ ਜਿੱਥੇ ਮੋਟਰ ਨੇ ਇੱਕ ਚੀਜ਼ ਨੂੰ ਘੁਮਾਉਣਾ ਹੈ ਨਾ, ਤਾਂ ਉੱਥੇ ਫ੍ਰਿਕਸ਼ਨ ਘੱਟ ਪੈਦਾ ਹੋਵੇ ਤਾਂ ਉਦੋਂ ਅਸੀਂ ਬੋਲ ਬੈਰਿੰਗਸ ਨੂੰ ਯੂਜ਼ ਕਰਦੇ ਹਾਂ। ਠੀਕ ਹੈ। ਸਿਮਿਲਰਲੀ ਆਪਾਂ ਡਿਜ਼ਾਈਨ ਨੂੰ ਮੋਡੀਫਿਕੇਸ਼ਨ ਕਰ ਸਕਦੇ ਹਾਂ, ਹੈ ਨਾ। ਆਪਾਂ ਡਿਜ਼ਾਈਨਸ ਅੱਛੇ ਬਣਾ ਸਕਦੇ ਹਾਂ ਜਿਹਦੇ ਨਾਲ ਫ੍ਰਿਕਸ਼ਨ ਘੱਟ ਹੋਵੇ। ਜਿਵੇਂ ਤੁਸੀਂ ਦੇਖਿਆ ਹੋਣਾ ਸ਼ਿਪ ਚੱਲਦਾ ਪਾਣੀ ਵਿੱਚ, ਉਹਦਾ ਡਿਜ਼ਾਈਨ ਦੇਖਿਆ ਨਾ, ਅੱਗੋਂ ਪਤਲਾ ਜਿਹਾ ਹੋਏਗਾ ਹਮੇਸ਼ਾ। ਫਿਸ਼ ਪਾਣੀ 'ਚ ਚੱਲਦੀ ਹੈ, ਉਹਦਾ ਦੇਖਿਆ ਡਿਜ਼ਾਈਨ, ਫਿਸ਼ ਕਿੱਦਾਂ ਦੀ ਹੁੰਦੀ ਹੈ, ਪਤਲੀ ਜਿਹੀ ਹੁੰਦੀ ਹੈ ਅੱਗੋਂ ਤੇ ਪਿੱਛੇ ਜਾ ਕੇ ਮੋਟੀ। ਮੈਂ ਤੁਹਾਨੂੰ ਇੱਥੇ ਸ਼ੇਪ ਬਣਾ ਕੇ ਦਿਖਾਉਂਦਾ। ਉਹਨਾਂ ਸਾਰੀਆਂ ਚੀਜ਼ਾਂ ਦੀ ਸ਼ੇਪ ਆਲਮੋਸਟ ਦੈਟ ਇਜ਼ ਲਾਈਕ ਦਿਸ, ਇੱਦਾਂ ਜੀ ਹੁੰਦੀਆਂ ਆ ਚੀਜ਼ਾਂ। ਠੀਕ ਹੈ। ਤੁਹਾਡੀ ਸ਼ਿਪ ਹੈ ਜਾਂ ਤੁਹਾਡਾ ਕੋਈ ਜਿਹੜੀ ਫਿਸ਼ ਹੈ, ਉਹ ਸਾਰਿਆਂ ਦੀ ਮਤਲਬ ਵਾਟਰ ਇੱਥੋਂ ਹੈ, ਆ ਵਾਟਰ ਹੈ ਇੱਥੇ, ਠੀਕ ਹੈ। ਇਹਨਾਂ ਨੇ ਵਾਟਰ 'ਚ ਜਾਣਾ ਹੈ, ਠੀਕ ਹੈ, ਵਾਟਰ 'ਚ ਚੱਲਣਾ ਹੈ। ਤਾਂ ਆ ਜਿਹੜਾ ਅੱਗੋਂ ਪਤਲੀ ਜਿਹੀ ਚੀਜ਼ ਹੈ ਨਾ, ਇਹਨੂੰ ਅਸੀਂ ਬੋਲਦੇ ਹਾਂ ਸਟਰੀਮ ਲਾਈਨਿੰਗ ਸ਼ੇਪ। ਕਿਹੜੀ ਸ਼ੇਪ ਬੋਲਦੇ ਹਾਂ, ਸਟਰੀਮ ਲਾਈਨਿੰਗ ਸ਼ੇਪ। ਤਾਂ ਇਹ ਸ਼ੇਪ ਹੈਲਪ ਕਰਦੀ ਹੈ ਫ੍ਰਿਕਸ਼ਨ ਨੂੰ ਘੱਟ ਕਰਨ ਵਿੱਚ। ਬਰਡਸ ਦੇਖੇ, ਬਰਡਸ ਵੀ ਸਾਰੇ ਤੁਹਾਨੂੰ ਇੱਦਾਂ ਦੇ ਲੱਗਣਗੇ ਅੱਗੋਂ ਪਤਲੇ ਜਿਹੇ, ਹੈ ਨਾ, ਇੱਦਾਂ ਜੀ ਸ਼ੇਪ ਹੈ ਸਾਰਿਆਂ ਦੀ ਸੇਮ। ਆਪਾਂ ਸਪੇਸ ਵਿੱਚ ਰੋਕੇਟਸ ਨੂੰ ਭੇਜਦੇ ਹਾਂ, ਉਹਨਾਂ ਦੀ ਸ਼ੇਪ ਕਿੱਦਾਂ ਦੀ ਆਪਾਂ ਬਣਾਉਂਦੇ ਹਾਂ, ਜਾਂ ਤੁਸੀਂ ਦੀਵਾਲੀ 'ਤੇ ਰੋਕੇਟਸ ਚਲਾਉਂਦੇ ਹੋਗੇ, ਉਹਨਾਂ ਦੀ ਸ਼ੇਪ ਇੱਦਾਂ ਦੀ ਹੁੰਦੀ ਹੈ ਨਾ, ਆਹੀ ਚੀਜ਼ ਹੈ ਨਾ। ਤਾਂ ਅੱਗੋਂ ਪਤਲਾ ਸੀ ਤਾਂ ਬਣਾਉਂਦੇ, ਜਦੋਂ ਇਹ ਉੱਪਰ ਨੂੰ ਜਾਊਗਾ, ਜਦੋਂ ਇਹ ਉੱਪਰ ਨੂੰ ਜਾਣਾ ਹੈ ਤਾਂ ਫ੍ਰਿਕਸ਼ਨ ਘੱਟ ਲੱਗੇ, ਫ੍ਰਿਕਸ਼ਨ ਘੱਟ ਹੋਵੇ। ਠੀਕ ਹੈ। ਤਾਂ ਫ੍ਰਿਕਸ਼ਨ ਨੂੰ ਘੱਟ ਕਰਨ ਦੇ ਤਰੀਕੇ ਹੈ ਵੀ ਆਪਾਂ ਡਿਜ਼ਾਈਨ ਨੂੰ ਮੋਡੀਫਾਈ ਕਰ ਦਿੰਦੇ ਹਾਂ, ਡਿਜ਼ਾਈਨ ਬਦਲ ਦਿੰਦੇ ਹਾਂ ਤਾਂ ਕਿ ਫ੍ਰਿਕਸ਼ਨ ਘੱਟ ਹੋ ਸਕੇ। ਉਹਨੂੰ ਅਸੀਂ ਬੋਲਦੇ ਹਾਂ, ਇਸ ਕਨਸੈਪਟ ਨੂੰ ਅਸੀਂ ਬੋਲਦੇ ਹਾਂ ਸਟਰੀਮ ਲਾਈਨਿੰਗ ਸ਼ੇਪ। ਕਲੀਅਰ ਹੈ। ਤਾਂ ਬੇਟਾ ਇੱਥੋਂ ਤੱਕ ਅੱਜ ਤੁਸੀਂ ਇਸ ਚੀਜ਼ ਨੂੰ ਕਰੋ। ਇਹਦੇ 'ਚ ਆਪਾਂ ਜਿਹੜੇ ਅੱਜ ਕਨਸੈਪਟ ਕੀਤੇ ਹੈ, ਉਹ ਸਾਡੇ ਕੋਲ ਕਨਸੈਪਟ ਕੀ ਕੁਝ ਸੀਗਾ। ਅਸੀਂ ਫ੍ਰਿਕਸ਼ਨ ਬਾਰੇ ਗੱਲ ਕੀਤੀ ਸੀ ਪਹਿਲੇ, ਉਹ ਅਸੀਂ ਪਹਿਲੇ ਕਰ ਚੁੱਕੇ ਹਾਂ। ਠੀਕ ਹੈ। ਅੱਜ ਜਿਹੜਾ ਕੰਮ ਆਪਾਂ ਕੀਤਾ ਉਹਦੇ 'ਚ ਰੋਲਿੰਗ ਫ੍ਰਿਕਸ਼ਨ ਆਪਾਂ ਸਟਾਰਟ ਕੀਤਾ ਸੀ। ਠੀਕ ਹੈ। ਰੋਲਿੰਗ ਫ੍ਰਿਕਸ਼ਨ ਕੀ ਹੈ, ਇਹਨੂੰ ਧਿਆਨ ਨਾਲ ਪੜ੍ਹੋ, ਇਹਦੀ ਡੈਫੀਨੇਸ਼ਨ ਹੈ। ਉਸ ਤੋਂ ਬਾਅਦ ਰੋਲਿੰਗ ਫ੍ਰਿਕਸ਼ਨ ਦਾ ਮਤਲਬ ਕੀ ਹੈ ਉਹ ਦੱਸਿਆ ਸੀ। ਐਗਜ਼ਾਮਪਲਸ ਆਰ ਦੇयर ਆਰ ਡਿਫਰੈਂਟ ਐਗਜ਼ਾਮਪਲਸ ਜਿੱਥੇ ਆਪਾਂ ਰੋਲਿੰਗ ਫ੍ਰਿਕਸ਼ਨ ਦੀ ਗੱਲ ਕਰ ਸਕਦੇ ਹਾਂ। ਐਨੀਥਿੰਗ ਵਿਚ ਇਜ਼ ਰੋਲਿੰਗ, ਹੈ ਨਾ, ਕੋਈ ਚੀਜ਼ ਐ ਸਲਾਈਡ ਕਰਕੇ ਜਾ ਰਹੀ ਹੈ ਨਾ ਗਰਾਊਂਡ ਦੇ ਉੱਪਰ, ਤਾਂ ਕੋਈ ਬੋਲ ਹੈ ਰੁੜ ਰਹੀ ਹੈ, ਉਹਨੂੰ ਬੋਲਾਂਗੇ ਰੋਲਿੰਗ ਹੋ ਰਹੀ ਹੈ, ਰੋਲਿੰਗ ਫ੍ਰਿਕਸ਼ਨ ਹੈ। ਉਦੋਂ ਜਿਹੜੀ ਫ੍ਰਿਕਸ਼ਨ ਪੈਦਾ ਹੁੰਦੀ ਹੈ ਰੋਲਿੰਗ ਫ੍ਰਿਕਸ਼ਨ ਹੈ। ਆ ਜਿਹੜੀ ਫ੍ਰਿਕਸ਼ਨ ਹੈ, ਜਦੋਂ ਇਹ ਇੱਕ ਚੀਜ਼ ਦੂਸਰੀ ਚੀਜ਼ ਦੇ ਉੱਪਰ ਬਿਲਕੁਲ ਐ ਸਲਾਈਡ ਕਰ ਰਹੀ ਸੀ, ਆਪਾਂ ਇਹਨੂੰ ਧੱਕ ਰਹੇ ਸੀ, ਪੁਸ਼ ਕਰ ਰਹੇ ਸੀ, ਪੁੱਲ ਕਰ ਰਹੇ ਸੀ, ਇਹ ਫ੍ਰਿਕਸ਼ਨ ਜ਼ਿਆਦਾ ਹੁੰਦੀ ਹੈ ਹਮੇਸ਼ਾ ਕਿਹਦੇ ਨਾਲੋਂ, ਰੋਲਿੰਗ ਫ੍ਰਿਕਸ਼ਨ ਨਾਲੋਂ। ਤੇ ਜੇ ਤੁਸੀਂ ਇਹਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਰੋਲਿੰਗ ਫ੍ਰਿਕਸ਼ਨ ਲਿਆਓ, ਹੈ ਨਾ। ਤਾਂ ਰੋਲਿੰਗ ਫ੍ਰਿਕਸ਼ਨ ਹਮੇਸ਼ਾ ਘੱਟ ਹੋਏਗੀ। ਆਪਣੀ ਇੱਕ ਐਗਜ਼ਾਮਪਲ ਸੀ ਜਿੱਥੇ ਆਪਾਂ ਫ੍ਰਿਕਸ਼ਨ ਕਰਕੇ ਜਿੰਨੀ ਫੋਰਸ ਆਪਾਂ ਲਗਾਈ, ਫੋਰਸ ਰਿਕੁਆਇਰਡ, ਉਹ ਆਪਾਂ ਕੈਲਕੂਲੇਟ ਕੀਤੀ ਸੀਗੀ। ਠੀਕ ਹੈ। ਤੁਸੀਂ ਧਿਆਨ ਨਾਲ ਦੁਬਾਰਾ ਦੇਖ ਸਕਦੇ ਹੋ, ਇਹ ਮੈਂ ਤੁਹਾਨੂੰ ਕਰਵਾ ਚੁੱਕਿਆ। ਠੀਕ ਹੈ। ਫਿਰ ਫ੍ਰਿਕਸ਼ਨ ਆਪਣੇ ਕੋਲ ਸੀਗਾ, ਫ੍ਰਿਕਸ਼ਨ ਇਜ਼ ਨੈਸੈਸਰੀ ਈਵਲ, ਕਿ ਇਹਦੀ ਐਡਵਾਂਟੇਜ ਵੀ ਹੈ, ਡਿਸਐਡਵਾਂਟੇਜ ਵੀ ਹੈ। ਐਡਵਾਂਟੇਜ ਵੀ ਆਪਾਂ ਲਿਖ ਸਕਦੇ ਹਾਂ, ਦੇयर ਆਰ ਸਰਟਨ ਐਗਜ਼ਾਮਪਲਸ, ਕਾਫੀ ਸਾਰੀ ਐਗਜ਼ਾਮਪਲਸ ਹੈ ਜਿੱਥੇ ਆਪਾਂ ਨੂੰ ਪਤਾ ਹੈ ਫ੍ਰਿਕਸ਼ਨ ਆਪਣੇ ਲਈ ਐਡਵਾਂਟੇਜਸ ਹੈ, ਵੀ ਜਿੱਥੇ ਫ੍ਰਿਕਸ਼ਨ ਦੇ ਸਾਡੇ ਕੋਲ ਐਡਵਾਂਟੇਜ ਹੈ। ਠੀਕ ਹੈ। ਔਰ ਸਰਟਨ ਟਾਈਮਸ ਇਟ ਇਜ਼ ਹੈਵਿੰਗ ਡਿਸਐਡਵਾਂਟੇਜਸ, ਕਈ ਜਗ੍ਹਾ 'ਤੇ ਡਿਸਐਡਵਾਂਟੇਜਸ ਹੈ। ਤਾਂ ਡਿਸਐਡਵਾਂਟੇਜਸ ਜਿਹੜੀਆਂ ਆਪਾਂ ਉਹ ਵੀ ਗੱਲ ਕਰ ਸਕਦੇ ਹਾਂ। ਫਿਰ ਗੱਲ ਆ ਜਾਂਦੀ ਜੇ ਡਿਸਐਡਵਾਂਟੇਜ ਹੈ ਤਾਂ ਆਪਾਂ ਉਹਨੂੰ ਘੱਟ ਕਿਵੇਂ ਕਰ ਸਕਦੇ ਹਾਂ ਫ੍ਰਿਕਸ਼ਨ ਨੂੰ, ਤਾਂ ਉਹਦੇ 'ਚ ਆ ਜਾਊਗਾ ਮੈਥਡਸ ਟੂ ਰਿਡਿਊਸ ਫ੍ਰਿਕਸ਼ਨ। ਤਾਂ ਤੁਸੀਂ ਲੁਬਰੀਕੈਂਟਸ ਨੂੰ ਯੂਜ਼ ਕਰ ਸਕਦੇ ਹੋ। ਠੀਕ ਹੈ। ਦਿਸ ਇਜ਼ ਵਨ ਮੈਥਡ, ਵੀ ਕੈਨ ਯੂਜ਼ ਲੁਬਰੀਕੈਂਟਸ, ਦਿਸ ਇਜ਼ ਫਸਟ ਮੈਥਡ। ਦੈਨ ਵੀ ਕੈਨ ਯੂਜ਼ ਗਰੀਸ, ਇਹ ਆਪਣਾ ਦੂਸਰਾ ਮੈਥਡ ਹੈ, ਗਰੀਸ ਆਪਾਂ ਯੂਜ਼ ਕਰ ਸਕਦੇ ਹਾਂ। ਬॉल ਬੈਰਿੰਗ ਯੂਜ਼ ਕਰ ਸਕਦੇ ਹਾਂ, ਹੈ ਨਾ। ਕੁਛ ਵੀ ਇੱਦਾਂ ਦੇ ਮੈਥਡ ਆਪਾਂ ਯੂਜ਼ ਕਰਕੇ ਜਿਹੜਾ ਡਿਜ਼ਾਈਨ ਹੈ ਉਹਨੂੰ ਚੇਂਜ ਕਰ ਸਕਦੇ ਹਾਂ। ਤਾਂ these are all different methods to reduce friction. Okay, ਤਾਂ up to this you do today and all the best. ਵਧੀਆ ਵਧੀਆ ਪੜ੍ਹਨਾ। Okay, bye.